ਯਾਰ ਫਰੂਟ ਨੂੰ ਜਿਹੜਾ ਸਾਡੀ ਸਿਹਤ ਵਾਸਤੇ ਬਣਿਆ, ਅੱਲਾਹ ਤਾਲਾ ਨੇ ਨਿਹਮਤ ਪੈਦਾ ਕੀਤੀ ਹੈ ਸਾਡੇ ਵਾਸਤੇ, ਇਹਨੂੰ ਇੰਜੈਕਸ਼ਨ ਕਿਵੇਂ ਲੱਗ ਜਾਂਦਾ? ਇਹ ਸਮਝ ਨਹੀਂ ਆਈ ਅੱਜ ਤੱਕ ਇਸ ਗੱਲ ਦੀ। ਉਹ ਲਾ ਕੇ ਸਾਨੂੰ ਵਹਾ ਕੇ ਦੱਸੇ ਤਾਂ ਸਹੀ, ਲੇਕਿਨ ਕਿਸਾਨ ਜਿਹੜੀ ਸਬਜ਼ੀ ਉਗਾਉਂਦਾ ਹੈ, ਹਲ ਚਲਾਉਣ ਤੋਂ ਲੈ ਕੇ ਸਬਜ਼ੀ ਤਿਆਰ ਹੋਣ ਤੱਕ ਕਿੰਨੇ ਮਰਾਹਲ ਨੇ। ਧੁੱਪ ਛਾਂ ਵੀ ਆਉਂਦੀ ਹੈ, ਗਰਮੀ ਸਰਦੀ ਵੀ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ, ਮਾਮਲਾਤ ਆਉਂਦੇ ਨੇ। ਔਰ ਇਹਨਾਂ ਦੇ ਨਾਲ ਕੁਝ ਢੇਰੀਆਂ ਵੀ ਲੱਗੀਆਂ ਟਮਾਟਰਾਂ ਦੀਆਂ, ਇਹ ਦੇਖੋ। ਔਰ ਜਦੋਂ ਇਹ ਢੇਰੀਆਂ ਦੇਖਦੇ ਹੋ ਪਏ ਤੁਸੀਂ ਕਿ ਇਹ ਨਾ ਜਿਹੜੇ ਟਮਾਟਰ ਖਰਾਬ ਨੇ, ਮੈਂ ਛਾਵੇਂ 'ਚ ਖਲੋਤਾ ਵਾਂ ਲੇਕਿਨ ਇਹ ਬੰਦਾ ਧੁੱਪ ਦੇ ਵਿੱਚ ਲੱਗਾ ਹੈ ਤੇ ਕਿਸ ਤਰ੍ਹਾਂ ਕਈ ਚਲਾ ਰਿਹਾ। ਇਹ ਕਿਸਾਨ ਹੈ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ ਔਰ ਅੱਲਾਹ ਤਾਲਾ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਡੇਰੇ ਪਾ ਦੇਵੇ। ਜਿਉਂਦੇ ਰਹੋ, ਵਸਦੇ ਰਹੋ, ਇਹ ਦੁਆ ਅਸੀਂ ਅੱਜ ਸ਼ੁਰੂ 'ਚ ਹੀ ਤੁਹਾਨੂੰ ਦਿੰਦੇ ਹਾਂ, ਕਿਉਂਕਿ ਅਸੀਂ ਗੱਲ ਕੁਝ ਇਸ ਤਰ੍ਹਾਂ ਦੀ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਚਾਹ ਰਹੇ ਹਾਂ ਕਿ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਤਰਬੂਜ਼ ਦੇ ਬਾਰੇ 'ਚ ਬੜਾ ਵਵੇਲਾ ਹੋ ਰਿਹਾ ਕਿ ਤਰਬੂਜ਼ਾਂ ਨੂੰ ਇੰਜੈਕਸ਼ਨ ਲਾਏ ਜਾਂਦੇ ਨੇ ਔਰ ਇੰਜੈਕਸ਼ਨ ਲਾ ਕੇ ਸਬਜ਼ੀ ਮੰਡੀ ਦੇ ਵਿੱਚ ਭੇਜਿਆ ਜਾਂਦਾ ਹੈ ਔਰ ਇਨਸਾਨਾਂ ਦੀ ਸਿਹਤ ਦਾ ਖਤਰੇ ਦਾ ਬੈਸ ਬਣਦਾ ਹੈ ਤਰਬੂਜ਼ ਖਾਣ ਦੇ ਨਾਲ। ਤੇ ਤੁਸੀਂ ਅਗਰ ਸਮਝਦੇ ਹੋ ਕਿ ਇਹ ਗੱਲ ਸਹੀ ਹੈ ਤੇ ਕਮੈਂਟ ਕਰਕੇ ਦੱਸਿਆ ਜੇ। ਅਗਰ ਤੁਸੀਂ ਸਮਝਦੇ ਹੋ ਕਿ ਗੱਲ ਗਲਤ ਹੈ ਤੇ ਇਹ ਵੀ ਕਮੈਂਟ ਕਰਿਆ ਜੇ। ਸਾਡੇ ਇਸ ਚੈਨਲ ਦੇ ਉੱਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਇੱਕ ਡਾਕਟਰ ਨੇ ਸ਼ੋਸ਼ਾ ਛੱਡੇ ਹੈ ਕਿ ਦਵਾਣਿਆਂ ਨੂੰ, ਜਿਹਨੂੰ ਤਰਬੂਜ਼ ਅਸੀਂ ਆਨੇ ਆ, ਤਰਬੂਜ਼ਾਂ ਨੂੰ ਜਿਹੜਾ ਨਾ ਇੰਜੈਕਸ਼ਨ ਲਾ ਕੇ ਸਬਜ਼ੀ ਮੰਡੀ 'ਚ ਭੇਜਿਆ ਜਾਂਦਾ ਤਾਂ ਕਿ ਜਿਹੜਾ ਨਾ ਇਨਸਾਨਾਂ ਦੀਆਂ ਸਿਹਤਾਂ ਨਾਲ ਖੇਡਿਆ ਜਾਏ। ਇਹ ਪ੍ਰਾਪੋਗੰਡਾ ਹੈ, ਬੜਾ ਸਖਤ ਪ੍ਰਾਪੋਗੰਡਾ ਹੈ। ਇਹਦੇ 'ਚ ਹਕੀਕਤ 1% ਵੀ ਨਹੀਂ ਹੈ, ਕਿਉਂਕਿ ਅਗਰ ਤਰਬੂਜ਼ ਨੂੰ ਇੰਜੈਕਸ਼ਨ ਲੱਗ ਜਾਏ ਤਾਂ ਤਰਬੂਜ਼ 2 ਘੰਟੇ ਬਾਅਦ ਜ਼ਾਇਆ ਹੋ ਜਾਂਦਾ, ਖਰਾਬ ਹੋ ਜਾਂਦਾ। ਕਿਉਂਕਿ ਉਹਨੂੰ ਜਿਸ ਤਰ੍ਹਾਂ ਹੀ ਹਵਾ ਮਿਲਦੀ ਹੈ, ਲੱਗਦੀ ਉਹਦੇ ਅੰਦਰ, ਜਿੱਥੇ ਸਮਝ ਲਓ ਕਿ ਜਿਹੜਾ ਗੋਦਾ ਅਸੀਂ ਖਾਂਦੇ ਹਾਂ ਤਰਬੂਜ਼ ਦਾ, ਔਰ ਉਹ ਗਲਣਾ ਸ਼ੁਰੂ ਹੋ ਜਾਂਦਾ। ਇਹਦੀ ਇਹ ਹਕੀਕਤ ਹੈ। ਮੈਂ ਇੱਕ ਦੋ ਕਿਸਾਨਾਂ ਨਾਲ ਵੀ ਗੱਲ ਕੀਤੀ ਲੇਕਿਨ ਉਹਨਾਂ ਨੇ ਵੀਡੀਓ 'ਚ ਗੱਲ ਕਰਨ ਤੋਂ ਜ਼ਰਾ ਸ਼ਰਮਾਏ ਨੇ, ਲੇਕਿਨ ਉਂਝ ਇਜ਼ਹਾਰ ਕੀਤਾ ਉਹਨਾਂ ਨਾਲ ਕਿ ਇਹ ਪ੍ਰਾਪੋਗੰਡਾ ਔਰ ਇਨਸਾਨਾਂ ਦੇ ਵਾਸਤੇ ਇਹ ਸਿਹਤ ਬਖਸ਼ ਫਰੂਟ ਹੈ। ਅੱਜ ਦੇ ਮੌਸਮ ਵਿੱਚ ਅਗਰ ਜਿਹੜਾ ਬੰਦਾ ਦਵਾਣਾ ਖਾਂਦਾ ਹੈ, ਤਰਬੂਜ਼ ਖਾਂਦਾ ਹੈ, ਉਹਦੇ ਅੰਦਰ ਦੀ ਗਰਮੀ ਖਤਮ ਹੋ ਜਾਂਦੀ ਹੈ। ਜਿਹੜੇ ਜਿਸਮਾਨੀ ਤੌਰ 'ਤੇ ਅੰਦਰ ਗਰਮੀ ਪੈਦਾ ਹੋ ਜਾਂਦੀ ਹੈ ਗਰਮ ਚੀਜ਼ਾਂ ਖਾਣ ਦੇ ਨਾਲ ਜਾਂ ਕੋਈ ਵੀ ਐਸੀ ਚੀਜ਼ ਖਾਣ ਦੇ ਨਾਲ, ਤੇ ਉਹ ਗਰਮੀ ਖਤਮ ਹੋ ਜਾਂਦੀ ਹੈ। ਇਹ ਪ੍ਰਾਪੋਗੰਡਾ ਕਰਨ ਵਾਲੇ ਨੇ ਏਸੀ ਵਾਲੇ ਕਮਰੇ 'ਚ ਬਹਿ ਕੇ ਐਵੇਂ ਹੀ ਪ੍ਰਾਪੋਗੰਡਾ ਕਰ ਦਿੱਤਾ। ਤੇ ਦੋਸਤੋ ਮੈਂ ਰਸਤੇ 'ਚ ਆ ਰਿਹਾ ਸਾਂ, ਇਹ ਦੇਖੋ ਹੁਣ ਕਿ ਇਹ ਟਮਾਟਰਾਂ ਦੀ ਫਸਲ ਹੈ, ਟਮਾਟਰ ਲੱਗੇ ਨੇ ਔਰ ਟਮਾਟਰ ਉਹਨਾਂ ਨੇ ਖੋਏ ਵੀ ਨੇ ਸਬਜ਼ੀ ਮੰਡੀ ਭੇਜਣ ਵਾਸਤੇ। ਤੇ ਦੇਖੋ ਇਹ ਗੰਡਲੀਆਂ ਵੀ ਪਈਆਂ ਨੇ ਔਰ ਇਹਨਾਂ ਦੇ ਨਾਲ ਕੁਝ ਢੇਰੀਆਂ ਵੀ ਲੱਗੀਆਂ ਟਮਾਟਰਾਂ ਦੀਆਂ, ਇਹ ਦੇਖੋ। ਔਰ ਜਦੋਂ ਇਹ ਢੇਰੀਆਂ ਦੇਖਦੇ ਹੋ ਪਏ ਤੁਸੀਂ ਕਿ ਇਹ ਨਾ ਜਿਹੜੇ ਟਮਾਟਰ ਖਰਾਬ ਨੇ, ਕੀੜੇ ਵਾਲੇ ਨੇ ਜਾਂ ਗਲੇ ਨੇ ਜਾਂ ਸਿਹਤ ਵਾਸਤੇ ਅੱਛੇ ਨਹੀਂ, ਇਹ ਉਹਨਾਂ ਛਾਂਟ ਕੇ ਕੱਢ ਦਿੱਤੇ ਨੇ। ਅਗਰ ਕਿਸਾਨ ਨੂੰ ਲਾਲਚ ਹੋਵੇ ਕਿ ਮੇਰੀ ਬੜੀ ਜ਼ਿਆਦਾ ਕਮਾਈ ਹੋ ਜਾਵੇ ਤੇ ਉਹ ਇਹ ਜਿਹੜੇ ਟਮਾਟਰ ਨੇ ਇੱਕ ਇੱਕ ਦੋ ਦੋ ਗੰਡਲੀਆਂ 'ਚ ਪਾ ਦੇਵੇ ਤੇ ਇਹਦਾ ਕੀ ਨੁਕਸਾਨ ਹੈ? ਇਹਨੂੰ ਤਾਂ ਫਾਇਦਾ ਹੋ ਸਕਦਾ, ਲੇਕਿਨ ਕਿਸਾਨ ਇਸ ਤਰ੍ਹਾਂ ਨਹੀਂ ਜੇ ਸੋਚਦਾ। ਕਿਸਾਨ ਇਨਸਾਨ ਦੀ ਸਿਹਤ ਦੇ ਬਾਰੇ 'ਚ ਬੜਾ ਅੱਛਾ ਸੋਚਦਾ ਜੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਸਮਝਦਾ ਵੀ ਜੇ। ਕਿਸਾਨ ਜਦੋਂ ਆਪਣੀ ਸਬਜ਼ੀ ਖੋਂਦਾ ਵੇ ਆਪਣੀ ਪੈਲੀ ਦੇ ਵਿੱਚੋਂ ਤੇ ਸਾਫ਼ ਸੁਥਰੀ ਕਰਕੇ ਮੰਡੀ ਭੇਜਦਾ ਜੇ। ਇਹ ਕਦੇ ਧਰਾਓ ਕਰਨ ਦੀ ਕੋਸ਼ਿਸ਼ ਨਹੀਂ ਜੇ ਕਰਦਾ ਇਨਸਾਨਾਂ ਦੇ ਨਾਲ, ਕਿਉਂਕਿ ਕਿਸਾਨ ਜਿੰਨੀ ਮਿਹਨਤ ਕਰਦਾ ਨਾ ਇੰਨੀ ਕੋਈ ਬੰਦਾ ਮਿਹਨਤ ਨਹੀਂ ਜੇ ਕਰਦਾ। ਇੰਨੀ ਗਰਮੀ ਦੇ ਵਿੱਚ ਹੁਣ ਦੇਖੋ ਨਾ ਭਾਈ ਹਰੀ ਕੰਮ ਕਰ ਰਹੇ ਨੇ, ਮੈਂ ਛਾਵੇਂ 'ਚ ਖਲੋਤਾ ਵਾਂ ਲੇਕਿਨ ਇਹ ਬੰਦਾ ਧੁੱਪ ਦੇ ਵਿੱਚ ਲੱਗਾ ਹੈ ਤੇ ਕਿਸ ਤਰ੍ਹਾਂ ਕਈ ਚਲਾ ਰਿਹਾ। ਇਹ ਕਿਸਾਨ ਹੈ। ਕਿਸਾਨ ਜਿਹੜੀ ਮਿਹਨਤ ਕਰਦਾ ਨਾ ਇਹਦਾ ਸਿਲਾ ਰੱਬ ਇਹਨੂੰ ਦਿੰਦਾ ਸਿਰਫ, ਲੇਕਿਨ ਇਹ ਜਿਹੜੀਆਂ ਸਬਜ਼ੀਆਂ ਪੈਦਾ ਕਰਦਾ ਹੈ, ਇਹਨਾਂ ਦੇ ਉੱਤੇ ਮਿਹਨਤ ਕਰਦਾ ਹੈ, ਖਾਦਾਂ ਪਾਉਂਦਾ ਹੈ, ਜ਼ਮੀਨ ਬਣਾਉਂਦਾ ਹੈ, ਹਲ ਚਲਾਉਂਦਾ ਹੈ। ਉਸ ਤੋਂ ਬਾਅਦ ਜਾ ਕੇ ਜਦੋਂ ਸਬਜ਼ੀ ਤਿਆਰ ਹੁੰਦੀ ਹੈ ਤੇ ਫਿਰ ਉਹ ਮੰਡੀ ਲੈ ਕੇ ਜਾਂਦਾ, ਲੇਕਿਨ ਆਪਣੀ ਸਬਜ਼ੀ ਦਾ ਰੇਟ ਨਹੀਂ ਲੈ ਸਕਦਾ। ਕਿਸਾਨ ਦੇ ਨਾਲ ਵੇਖੋ ਕਿੱਡਾ ਵੱਡਾ ਇਹ ਇੱਕ ਉਹ
ਗੱਲ ਕਹਿ ਸਕਦੇ ਹੋ ਕਿ ਅਮਲ ਹੈ ਕਿ ਉਹ ਆਪਣੀ ਚੀਜ਼ ਬਣਾਈ ਦਾ ਆਪ ਹੀ ਰੇਟ ਹੀ ਨਹੀਂ ਤੈਅ ਕਰ ਸਕਦਾ। ਦੁਨੀਆ ਦਾ ਦਸਤੂਰ ਹੈ ਕਿ ਕੋਈ ਵੀ ਪ੍ਰੋਡਕਟ ਕਿਸੇ ਵੀ ਫੈਕਟਰੀ 'ਚ ਬਣਦੀ ਹੈ ਤੇ ਉਹਦੇ ਰੇਟ ਜਿਹੜੇ ਨਾ ਫੈਕਟਰੀ ਦਾ ਮਾਲਕ ਜਾਂ ਉਹਨਾਂ ਦੇ ਮੁਤਲਕਾ ਜਿਹੜੇ ਬੰਦੇ ਹੁੰਦੇ ਨੇ ਖੁਦ ਤੈਅ ਕਰਦੇ ਨੇ। ਲੇਕਿਨ ਕਿਸਾਨ ਜਿਹੜੀ ਸਬਜ਼ੀ ਉਗਾਉਂਦਾ ਹੈ, ਹਲ ਚਲਾਉਣ ਤੋਂ ਲੈ ਕੇ ਸਬਜ਼ੀ ਤਿਆਰ ਹੋਣ ਤੱਕ ਕਿੰਨੇ ਮਰਾਹਲ ਨੇ। ਧੁੱਪ ਛਾਂ ਵੀ ਆਉਂਦੀ ਹੈ, ਗਰਮੀ ਸਰਦੀ ਵੀ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ, ਮਾਮਲਾਤ ਆਉਂਦੇ ਨੇ। ਔਰ ਕਿੰਨੀ ਮਿਹਨਤ ਕਰਕੇ ਗੋਡੀ ਵੀ ਕੀਤੀ ਜਾਂਦੀ ਹੈ ਇਹਨੂੰ ਤਾਂ ਕਿ ਇਹਨੂੰ ਸਹੀ ਤਰੀਕੇ ਨਾਲ ਬਣ ਜਾਏ ਸਬਜ਼ੀ। ਅਤੇ ਜਦੋਂ ਖੋ ਕੇ ਮੰਡੀ ਲੈ ਕੇ ਜਾਂਦਾ ਹੈ ਤੇ ਇਹੋ ਜਿਹੇ ਡਾਕਟਰ ਤਨਕੀਦ ਕਰਨ ਲੱਗਾ ਇੱਕ ਮਿੰਟ ਨਹੀਂ ਲਾਉਂਦੇ ਕਿ ਜਿਹੜੇ ਏਸੀ ਦੇ ਕਮਰੇ 'ਚ ਬਹਿ ਕੇ ਜਿਹਨੂੰ ਪਤਾ ਹੀ ਨਹੀਂ ਹੈ ਕਿ ਸਬਜ਼ੀ ਉਗਦੀ ਕਿੰਝ, ਸਬਜ਼ੀ ਬਣਦੀ ਕਿੰਝ, ਔਰ ਤਰਬੂਜ਼ ਦਾ ਪ੍ਰੋਸੈਸ ਕੀ ਹੈ, ਲਾਉਣ ਦਾ ਪ੍ਰੋਸੈਸ ਕੀ ਹੈ, ਕਿੰਨਾ ਟਾਈਮ ਲੱਗਦਾ ਹੈ, ਇਹ 'ਤੇ ਕਿੰਨੀਆਂ ਦਵਾਈਆਂ ਇਸਤੇਮਾਲ ਹੁੰਦੀਆਂ ਨੇ, ਕੀੜੇ ਮਕੌੜਿਆਂ ਤੋਂ ਬਚਾਇਆ ਜਾਂਦਾ ਹੈ, ਔਰ ਜਿਹੜੀਆਂ ਫਜ਼ਾਈ ਆਲੂਦਗੀਆਂ ਨੇ ਉਹਦੇ ਤੋਂ ਕਿਸ ਤਰ੍ਹਾਂ ਇਹਨੂੰ ਬਚਾਇਆ ਜਾਂਦਾ ਹੈ। ਉਹ ਬਚਾ ਕੇ ਜਦੋਂ ਤਿਆਰ ਹੁੰਦਾ ਹੈ ਤੇ ਇਹ ਡਾਕਟਰ ਅੰਦਰ ਬਹਿ ਕੇ ਕਹਿੰਦਾ ਕਿ ਇਹਨੂੰ ਇੰਜੈਕਸ਼ਨ ਲੱਗ ਜਾਂਦਾ, ਇੰਜੈਕਸ਼ਨ ਲਾ ਕੇ ਤਿਆਰ ਕੀਤਾ ਜਾਂਦਾ। ਉਹ ਇਨਸਾਨ ਨੂੰ ਤਾਂ ਇੰਜੈਕਸ਼ਨ ਲਾਉਂਦਾ ਹੈ ਸਿਹਤ ਬਹਾਲ ਕਰਨ ਵਾਸਤੇ ਇਹ ਡਾਕਟਰ, ਲੇਕਿਨ ਸਬਜ਼ੀ ਨੂੰ ਯਾਰ ਫਰੂਟ ਨੂੰ ਜਿਹੜਾ ਸਾਡੀ ਸਿਹਤ ਵਾਸਤੇ ਬਣਿਆ, ਅੱਲਾਹ ਤਾਲਾ ਨੇ ਨਿਹਮਤ ਪੈਦਾ ਕੀਤੀ ਹੈ ਸਾਡੇ ਵਾਸਤੇ, ਇਹਨੂੰ ਇੰਜੈਕਸ਼ਨ ਕਿਵੇਂ ਲੱਗ ਜਾਂਦਾ। ਇਹ ਸਮਝ ਨਹੀਂ ਆਈ ਅੱਜ ਤੱਕ ਇਸ ਗੱਲ ਦੀ। ਉਹ ਲਾ ਕੇ ਸਾਨੂੰ ਵਹਾ ਕੇ ਦੱਸੇ ਤਾਂ ਸਹੀ ਕਿ ਇੰਜੈਕਸ਼ਨ ਉਹਨੇ ਲਾਇਆ ਔਰ ਤਰਬੂਜ਼ ਦਾ 10 ਘੰਟੇ ਕੱਢ ਗਿਆ, 20 ਘੰਟੇ ਕੱਢ ਗਿਆ, ਜ਼ਾਇਆ ਨਹੀਂ ਹੋਇਆ। ਉਹ ਇਹ ਵੀ ਤਾਂ ਤਜਰਬਾ ਕਰਕੇ ਦੱਸੇ। ਹਾਲੀ ਉਹਨੇ ਇੱਕ ਟਿਸ਼ੂ ਦਾ ਪੇਪਰ ਲੈ ਕੇ ਤੇ ਰੰਗ ਲਾ ਕੇ ਦੱਸ ਦਿੱਤਾ ਜੀ ਇਹ ਨਕਲੀ ਹੈ ਤੇ ਅਸਲੀ ਹੈ। ਇਹ ਤਾਂ ਬੜੀ ਅਜੀਬ ਗੱਲ ਹੈ। ਉਹਨੂੰ ਕੀ ਪਤਾ ਕਿ ਖੇਤਾਂ ਦੇ ਵਿੱਚ ਕਿਸਾਨ ਜਦੋਂ ਹਲ ਚਲਾਉਂਦਾ ਕਿੰਨੀ ਗਰਮੀ ਹੁੰਦੀ ਹੈ, ਔਰ ਕਿਸ ਤਰ੍ਹਾਂ ਹਲ ਚਲਾ ਕੇ ਖੇਤ ਬਣਾਉਂਦਾ ਪਹਿਲਾਂ, ਫਿਰ ਉਹ 'ਤੇ ਬੀਜ ਬੋਂਦਾ, ਫਿਰ ਉਹਨੂੰ ਬੀਜ ਨੂੰ ਸਮਝ ਲਓ ਕਿ ਤਿਆਰ ਕਰਨ ਵਾਸਤੇ ਕਿੰਨੀ ਵਾਰੀ ਪਾਣੀ ਲਾਉਂਦਾ, ਦਵਾਈਆਂ ਕਿੰਨੀਆਂ ਇਸਤੇਮਾਲ ਕਰਦਾ ਜਿਹੜੀਆਂ ਕੀੜੇ ਮਕੌੜਿਆਂ ਤੋਂ ਬਚਾਉਂਦੀਆਂ ਨੇ। ਦੋਸਤੋ ਇਹ ਵੇਖੋ ਪੜ੍ਹੇ ਲਿਖੇ ਡਾਕਟਰ, ਇਹਨਾਂ ਕਦੀ ਇਹ ਦੱਸਿਆ ਕਿ ਜਾਲੀ ਇਹ ਦਵਾਈ ਤੇ ਸਹੀ ਹੈ, ਇਹ ਕੰਪਨੀ ਦੀ ਦਵਾਈ ਅੱਛੀ ਨਹੀਂ ਜੇ ਤੇ ਇਸ ਕੰਪਨੀ ਦੀ ਅੱਛੀ ਹੈ। ਇਹ ਤੇ ਕੰਪਨੀਆਂ ਨਾਲ ਖੁਦ ਡੀਲ ਕਰਕੇ ਆਪਣੇ ਆਪ ਨੂੰ ਵੈਲ ਐਸਟੈਬਲਿਸ਼ ਕਰ ਲੈਂਦੇ ਨੇ ਇਹ ਡਾਕਟਰ ਲੋਕ ਜਿਹੜੇ ਨੇ। ਲੇਕਿਨ ਇਹਨਾਂ ਨੇ ਕਿਸਾਨ ਦੇ ਉੱਤੇ ਹੀ ਤਨਕੀਦ ਕਰਨੀ ਹੈ ਇਹੋ ਜਿਹੇ ਡਾਕਟਰਾਂ ਨੇ। ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ ਤੇ ਸਾਨੂੰ ਵੀ ਸਮਝਣ ਦੀ ਤੌਫੀਕ ਦੇਵੇ, ਔਰ ਅਸੀਂ ਵੀ ਇਹਨਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਅਮਲ ਨਾ ਕਰੀਏ ਤੇ ਕਿਸਾਨ ਦੇ ਮਿਹਨਤ ਨੂੰ ਜ਼ਾਇਆ ਹੋਣ ਤੋਂ ਬਚਾਈਏ। ਅੱਲਾਹ ਤਾਲਾ ਸਾਨੂੰ ਅਮਲ ਦੀ ਤੌਫੀਕ ਦੇਵੇ। ਆਮੀਨ ਸੁਮਾ ਆਮੀਨ। ਦੋਸਤੋ ਜਿਉਂਦੇ ਰਹੋ, ਵਸਦੇ ਰਹੋ। ਅੱਲਾਹ ਤਾਲਾ ਸਾਨੂੰ ਤੇ ਤੁਹਾਨੂੰ ਹਰ ਗੱਲ ਨੂੰ ਸਮਝਣ ਵਾਸਤੇ ਤਹਿਕੀਕ ਕਰਨ ਦੀ ਅਕਲ ਦੇਵੇ ਕਿ ਤਹਿਕੀਕ ਕਰੀਏ ਫਿਰ ਜਾ ਕੇ ਇਸ 'ਤੇ ਅਮਲ ਕਰੀਏ। ਕਮੈਂਟ ਸੈਕਸ਼ਨ ਵਿੱਚ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ। ਨੈਗੇਟਿਵ ਕਰੋ ਜਾਂ ਪੋਜ਼ੀਟਿਵ, ਤਾਂ ਕਿ ਸਾਨੂੰ ਤੁਹਾਡੀ ਰਾਏ ਦੇ ਬਾਰੇ 'ਚ ਬਖੂਬੀ ਇਲਮ ਹੋ ਸਕੇ। ਅੱਲਾ ਨਿਗਹਿਬਾਨ।